ਸਲੋਕ ਰੂਪ ਨ ਰੇਖ ਨ ਰੰਗ ਕਿਛ, ਤਰਹਿ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਅਸ਼ਟਪਦੀ। ਅਬਨਾਸੀ ਪ੍ਰਭ ਮਨ ਮੈਂ ਰਾਖ, ਮਾਨੁਖ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੈ ਨਾਹੀ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ। ਆਪੇ ਵੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸ਼ੰਦ। ਸਾਧ ਤੇਰੇ ਕੀ ਚਰਨੀ ਪਾਉ, ਨਾਨਕ ਕੈ ਮਨ ਏ ਅਨਰਾਉ। ਸਾਧ ਤੇਰੇ ਕੀ ਚਰਨੀ ਪਾਉ, ਨਾਨਕ ਕੈ ਮਨ ਇਹ ਅਨਰਾਉ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਰਹਿਮਤ ਕਿਰਪਾ ਬਖਸ਼ਿਸ਼ ਹੋਈ ਹੈ, ਅਤੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਦਇਆ ਕੀਤੀ ਹੈ, ਜਿਨ੍ਹਾਂ ਦੀ ਅਪਾਰ ਰਹਿਮਤ ਦੇ ਸਦਕਾ ਸੁਖਮਨੀ ਸਾਹਿਬ ਦੀ ਵਿਚਾਰ ਕਰਨ ਦੇ ਲਈ ਅਸੀਂ ਦੁਬਾਰਾ ਆਪ ਜੀ ਦੇ ਸਨਮੁਖ ਹਾਜ਼ਰ ਹੋਏ ਹਾਂ। ਸੁਖਮਨੀ ਸਾਹਿਬ ਦੀਆਂ 15 ਅਸ਼ਟਪਦੀਆਂ ਸਤਿਗੁਰੂ ਦੀ ਕਿਰਪਾ ਦੇ ਨਾਲ ਸੰਪੂਰਨ ਹੋਈਆਂ ਨੇ। ਅੱਜ ਤੋਂ 16ਵੀਂ ਅਸ਼ਟਪਦੀ ਆਪਾਂ ਆਰੰਭ ਕਰਨ ਲੱਗੇ ਹਾਂ, ਅਤੇ 16ਵੀਂ ਅਸ਼ਟਪਦੀ ਦੀ ਆਪ ਜੀ ਨੇ ਪਹਿਲੀ ਪੌੜੀ ਸਲੋਕ ਦੇ ਸਮੇਤ ਸਰਵਣ ਕੀਤੀ ਹੈ। ਆਓ ਵਿਚਾਰ ਆਰੰਭ ਕਰੀਏ ਜੀ। ਉਸ ਤੋਂ ਪਹਿਲਾਂ ਗੁਰੂ ਫਤਿਹ ਦੇ ਨਾਲ ਅਸੀਂ ਸਾਂਝ ਪਾਉਂਦੇ ਹਾਂ। ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨੇ ਬਹੁਤ ਕਿਰਪਾ ਕੀਤੀ ਹੈ। ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਲੋਕ ਉਚਾਰਨ ਕੀਤਾ ਹੈ, ਤਾਂ ਸਲੋਕ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਪਾਵਨ ਗੁਣਾਂ ਦਾ ਵਰਣਨ ਹੈ, ਔਰ ਇਹ ਪੂਰੀ ਜਿਹੜੀ ਅਸ਼ਟਪਦੀ ਹੈ ਨਿਰੰਕਾਰ ਦੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਵਰਣਨ ਕੀਤਾ ਗਿਆ ਹੈ। ਪੂਰੀ ਅਸ਼ਟਪਦੀ ਦੇ ਵਿੱਚ ਜੋ ਸਲੋਕ ਦੇ ਵਿੱਚ ਕਿਹਾ ਗਿਆ ਹੈ, ਉਹੀ ਸਾਰੀ ਅਸ਼ਟਪਦੀ ਦੇ ਵਿੱਚ ਬਾਅਦ ਵਿੱਚ ਉਹਨੂੰ ਵਿਸਤਾਰ ਨਾਲ ਸਮਝਾਇਆ ਗਿਆ। ਸਤਿਗੁਰੂ ਨੇ ਕਮਾਲ ਦਾ ਇੱਕ ਸਿਧਾਂਤ ਦਿੱਤਾ ਹੈ। ਕਹਿੰਦੇ ਨੇ ਰੂਪ ਨਾ ਰੇਖ, ਅਕਾਲ ਪੁਰਖ ਵਾਹਿਗੁਰੂ ਦਾ ਕੋਈ ਰੂਪ ਨਹੀਂ ਹੈ, ਭਾਵ ਨਿਰੰਕਾਰ ਵਾਹਿਗੁਰੂ ਦੀ ਕੋਈ ਸ਼ਕਲ ਨਹੀਂ ਹੈ, ਕੋਈ ਉਹਦਾ ਰੂਪ ਨਹੀਂ ਹੈ। ਜੇ ਉਹਦਾ ਕੋਈ ਰੂਪ ਨਹੀਂ ਹੈ ਤਾਂ ਫਿਰ ਦੁਨੀਆ ਦੇ ਲੋਕ ਅਕਾਲ ਪੁਰਖ ਵਾਹਿਗੁਰੂ ਨੂੰ ਮੂਰਤੀ ਰੂਪ ਦੇ ਵਿੱਚ ਸਥਾਪਿਤ ਕਰਕੇ ਕਿੱਦਾਂ ਪੂਜ ਸਕਦੇ ਆ ਕਿ ਇਹ ਭਗਵਾਨ ਦਾ ਬੁੱਤ ਹੈ, ਇਹ ਭਗਵਾਨ ਦੀ ਮੂਰਤੀ ਹੈ। ਅਸਲ ਮਾਇਨੇ ਵਿੱਚ ਸਤਿਗੁਰੂ ਜੀ ਨੇ ਇੱਕ ਸਿਧਾਂਤ ਦਿੱਤਾ ਹੈ ਕਿ ਲੋਕ ਜਿਨ੍ਹਾਂ ਨੂੰ ਭਗਵਾਨ ਕਹਿ ਕੇ ਪੂਜ ਰਹੇ ਨੇ, ਅਸਲ ਦੇ ਵਿੱਚ ਉਹ ਭਗਵਾਨ ਨਹੀਂ ਹੈ। ਆਪਾਂ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੀ ਤੌਹੀਨ ਕਰ ਰਹੇ ਹਾਂ। ਜੇ ਤੂੰ ਸੁਲਤਾਨ ਹੋਵੇ, ਮੈਂ ਤੈਨੂੰ ਮੀਆਂ ਮੀਆਂ ਕਹਿ ਕੇ ਬੁਲਾਵਾਂ, ਇਹ ਤੇਰੀ ਕੋਈ ਇੱਜ਼ਤ ਥੋੜ੍ਹੀ ਹੈ, ਇਹ ਤਾਂ ਮੈਂ ਤੇਰੀ ਤੌਹੀਨ ਕਰ ਰਿਹਾ। ਅਸਲ ਦੇ ਵਿੱਚ ਲੋਕਾਂ ਨੇ ਜਿਨ੍ਹਾਂ ਅਵਤਾਰਾਂ ਨੂੰ, ਜਿਨ੍ਹਾਂ ਦੇਵੀ ਦੇਵਤਿਆਂ ਨੂੰ ਭਗਵਾਨ ਕਹਿ ਕੇ ਪੂਜਿਆ, ਉਹ 10 ਅਵਤਾਰ ਰਾਜੇ ਹੋਏ ਵਰਤੇ। ਗੁਰਬਾਣੀ ਨੇ ਕਿਹਾ ਉਹ ਰਾਜੇ ਸਨ, ਜਿਨ੍ਹਾਂ ਦੀ ਵਡਿਆਈ ਜਿਹੜੀ ਹੈ ਉਹ ਕਰਦੇ ਕਰਦੇ ਲੋਕ ਉਹਨਾਂ ਨੂੰ ਭਗਵਾਨ ਤੱਕ ਲੈ ਗਏ। ਸਤਿਗੁਰੂ ਨੇ ਕਿਹਾ ਵੀ ਬੰਦਿਆ, ਇੱਕ ਗੱਲ ਧਿਆਨ ਨਾਲ ਸੁਣ ਕੇ ਚੱਲੀ, ਨਿਰੰਕਾਰ ਇੰਨਾ ਛੋਟਾ ਨਹੀਂ ਹੈ ਕਿ ਤੂੰ ਉਹਦੀਆਂ ਮੂਰਤੀਆਂ ਬਣਾ ਬਣਾ ਕੇ, ਉਹਦੇ ਬੁੱਤ ਬਣਾ ਬਣਾ ਕੇ ਤੇ ਉਹਨਾਂ ਨੂੰ ਮੰਦਰਾਂ ਵਿੱਚ, ਧਾਰਮਿਕ ਸਥਾਨਾਂ ਵਿੱਚ ਸਥਾਪਿਤ ਕਰਕੇ ਆਖੇ ਮੈਂ ਆਪਣੇ ਭਗਵਾਨ ਦੀ ਪੂਜਾ ਕਰਿਆ। ਭਗਵਾਨ ਨੇ ਤੈਨੂੰ ਪੈਦਾ ਕੀਤਾ ਹੈ, ਤੂੰ ਆਪ ਹੀ ਇੱਕ ਮੂਰਤੀ ਤਿਆਰ ਕਰਕੇ ਉਹਦੀ ਪੂਜਾ ਨਹੀਂ ਕਰ ਸਕਦਾ। ਸਤਿਗੁਰੂ ਨੇ ਉਹਨੂੰ ਕਮਾਲ ਕੀਤੀ। ਕਹਿੰਦੇ ਨੇ ਰੂਪ ਨਾ, ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੀ ਕੋਈ ਸ਼ਕਲ ਨਹੀਂ ਹੈ, ਰੇਖ ਨਾ, ਤੇ ਨਾ ਉਹਦੇ ਹੱਥਾਂ ਜਾਂ ਪੈਰਾਂ ਦੀਆਂ ਰਖਾਵਾਂ ਮੌਜੂਦ ਨੇ। ਆ ਜਿਹੜੀਆਂ ਹੱਥਾਂ ਦੀਆਂ ਰਖਾਵਾਂ ਹੁੰਦੀਆਂ ਨੇ, ਜੇ ਉਹਦੀ ਕੋਈ ਸ਼ਕਲ ਹੀ ਨਹੀਂ ਤੇ ਉਹਦੇ ਹੱਥਾਂ ਪੈਰਾਂ ਦੀਆਂ ਰਖਾਵਾਂ ਕਿੱਥੋਂ ਹੋ ਸਕਦੀਆਂ ਨੇ। ਰੰਗ ਕਿਛ ਨਾ, ਨਿਰੰਕਾਰ ਦਾ ਕੋਈ ਇੱਕ ਰੰਗ ਹੈ, ਭਾਵ ਉਹ ਰੰਗਾਂ ਤੋਂ ਵੀ ਰਹਿਤ ਹੈ। ਸਾਰੇ ਰੰਗ ਨਿਰੰਕਾਰ ਵਾਹਿਗੁਰੂ ਪੈਦਾ ਕਰਦਾ ਹੈ, ਪਰ ਉਹਦਾ ਆਪਣਾ ਕੋਈ ਇੱਕ ਰੰਗ ਨਹੀਂ ਹੈ। ਨਾ ਉਹ ਗੋਰਾ ਹੈ, ਨਾ ਉਹ ਕਾਲਾ ਹੈ, ਨਾ ਉਹ ਸਾਂਵਲਾ ਹੈ।
ਤੇ ਨਾ ਕਿਸੇ ਹੋਰ ਰੰਗ ਦਾ ਹੈ। ਸਤਿਗੁਰੂ ਅੱਗੇ ਕਹਿੰਦੇ ਨੇ, ਤ੍ਰੇ ਗੁਣ ਤੇ ਪ੍ਰਭ ਭਿੰਨ, ਤੇ ਜਿਹੜੇ ਮਾਇਆ ਦੇ 3 ਗੁਣ ਨੇ ਉਹਨਾਂ 3 ਗੁਣਾਂ ਤੋਂ ਵੀ ਅਕਾਲ ਪੁਰਖ ਵਾਹਿਗੁਰੂ ਰਜੋ ਤਮੋ ਸਤੋ, ਇਹ ਜਿਹੜੇ ਮਾਇਆ ਦੇ 3 ਗੁਣ ਹੈ, ਇਹਨਾਂ 3 ਗੁਣਾਂ ਤੋਂ ਵੀ ਨਿਰੰਕਾਰ ਵਾਹਿਗੁਰੂ ਰਹਿਤ ਹੈ। ਭਾਵ ਕਿ ਅਕਾਲ ਪੁਰਖ ਵਾਹਿਗੁਰੂ ਤੇ ਸ਼ਕਲ ਦਾ, ਰੂਪ ਰੇਖਾ ਦਾ, ਰੰਗਾਂ ਦਾ ਅਤੇ ਮਾਇਆ ਦੇ ਜਿਹੜੇ 3 ਗੁਣ ਨੇ ਉਹਨਾਂ ਦਾ ਪ੍ਰਭਾਵ ਨਹੀਂ ਪੈਂਦਾ ਹੈ। ਇਹ ਚੀਜ਼ਾਂ ਨਿਰੰਕਾਰ ਨੇ ਪੈਦਾ ਕੀਤੀਆਂ ਨੇ, ਇਹ ਚੀਜ਼ਾਂ ਨਿਰੰਕਾਰ ਉੱਤੇ ਹੈਵੀ ਨਹੀਂ ਹੋ ਸਕਦੀਆਂ। ਇਸ ਲਈ ਅਸੀਂ ਉਹਦੀ ਆਰਾਧਨਾ ਕਰਦੇ ਹਾਂ ਜੋ ਨਿਰਾਕਾਰ ਹੈ, ਜਿਹਦਾ ਕੋਈ ਆਪਣਾ ਆਕਾਰ ਨਹੀਂ ਹੈ, ਜੋ ਅਪਾਰ ਹੈ, ਜੋ ਨਿਰਗੁਣ ਵੀ ਹੈ, ਜੋ ਸਰਗੁਣ ਵੀ ਹੈ। ਤੇ ਸਿੱਖੀਜ਼ਮ ਇਸ ਲਈ ਕਦੇ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਕਿਸੇ ਮੂਰਤੀ ਰੂਪ ਦੇ ਵਿੱਚ ਸਥਾਪਿਤ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹੈ, ਤੇ ਨਾ ਹੀ ਸਿੱਖ ਧਰਮ ਦੇ ਵਿੱਚ ਮੂਰਤੀ ਪੂਜਾ ਦਾ ਕੋਈ ਸੰਦੇਸ਼ ਹੈ। ਅੱਜ ਜੇਕਰ ਬਹੁਤ ਸਾਰੇ ਭੁੱਲੜ ਸਾਡੇ ਵੀਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੀ ਬੁੱਤ ਬਣਾ ਕੇ ਘਰਾਂ 'ਚ ਵੰਡ ਰਹੇ ਨੇ ਜਾਂ ਉਹਨਾਂ ਦੀ ਪੂਜਾ ਕਰ ਰਹੇ ਨੇ, ਤੇ ਇਹ ਸਾਡੀ ਬਦਕਿਸਮਤੀ ਹੈ, ਕਿਉਂਕਿ ਅਸੀਂ ਬੁੱਤ ਪੂਜਕ ਨਹੀਂ ਹਾਂ, ਅਸੀਂ ਸ਼ਬਦ ਦੇ ਆਰਾਧਕ ਹਾਂ, ਬੁੱਤਾਂ ਦੇ ਜਿਹੜੇ ਪੂਜਕ ਨਹੀਂ ਹਾਂ, ਜੋ ਕਿ ਆਪਾਂ ਦਿਨ ਪ੍ਰਤੀ ਦਿਨ ਬਣਦੇ ਜਾ ਰਹੇ ਹਾਂ। ਅਗਲੀ ਗੱਲ, ਜੇਕਰ ਕੋਈ ਇਨਸਾਨ ਤੁਹਾਨੂੰ ਇਹ ਸਵਾਲ ਕਰਦਾ ਹੈ ਕਿ ਸਿੱਖ ਵੀ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਪੂਜਦੇ ਨੇ, ਤਾਂ ਗੁਰੂ ਗ੍ਰੰਥ ਸਾਹਿਬ ਮੂਰਤੀ ਨਹੀਂ ਹੈ, ਤੇ ਨਾ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੂਰਤੀ ਪੂਜਾ ਵਾਂਗ ਪੂਜਦੇ ਹਾਂ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ, ਅਤੇ ਜੋ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਹੈ ਅਸੀਂ ਉਸ ਫਲਸਫੇ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਯਤਨ ਕਰਦੇ ਹਾਂ। ਜਿੱਥੇ ਅਸੀਂ ਆਪਣਾ ਜੀਵਨ ਸੁਧਾਰਨਾ ਹੈ, ਉੱਥੇ ਸੰਸਾਰ ਦੇ ਬਹੁਤ ਸਾਰੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਹ ਫਿਲਾਸਫੀ ਵੰਡ ਕੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਪਾਂ ਲੜ ਲਾਉਣਾ ਹੈ। ਸੋ ਮੂਰਤੀ ਪੂਜਾ ਨਹੀਂ, ਅਸੀਂ ਜਿਵੇਂ ਨਿਰੰਕਾਰ ਆਕਾਰ ਰਹਿਤ ਹੈ, ਰੂਪ ਰਹਿਤ ਹੈ, ਰੰਗ ਰਹਿਤ ਹੈ, ਇਸੇ ਤਰ੍ਹਾਂ ਅਸੀਂ ਗਿਆਨ ਦੇ ਪੂਜਕ ਹਾਂ। ਗਿਆਨ ਦਾ ਕੋਈ ਰੂਪ ਨਹੀਂ ਹੁੰਦਾ, ਰੰਗ ਨਹੀਂ ਹੁੰਦਾ, ਆਕਾਰ ਨਹੀਂ ਹੁੰਦਾ, ਪਰ ਗਿਆਨ ਬਹੁਤ ਸਾਰੇ ਲੋਕਾਂ ਨੂੰ ਚੰਗੇ ਸਰੂਪ, ਚੰਗੀ ਅਕਲ, ਸਿਆਣਪ ਅਤੇ ਸੋਹਣਾ ਆਕਾਰ ਦੇਣ ਦੇ ਸਮਰੱਥ ਹੁੰਦਾ ਹੈ। ਗਿਆਨ ਆਪਣੇ ਆਪ ਦੇ ਵਿੱਚ ਕੋਈ ਤਾਕਤਵਰ ਨਹੀਂ ਹੁੰਦਾ, ਪਰ ਜਦੋਂ ਗਿਆਨ ਕਿਸੇ ਦੇ ਅੰਦਰ ਚਲਾ ਜਾਏ ਤਾਂ ਉਹਦੀ ਤਾਕਤ ਇਨਸਾਨ ਦੇ ਅੰਦਰ ਵਰਤਦੀ ਹੈ। ਗਿਆਨ ਜਿਹੜਾ ਆਪਣੇ ਆਪ ਦੇ ਵਿੱਚ ਕਿਸੇ ਸ਼ਕਲ ਦਾ ਮੁਤਾਜ ਨਹੀਂ ਹੁੰਦਾ, ਪਰ ਜਦੋਂ ਉਹ ਕਿਸੇ ਦੇ ਅੰਦਰ ਚਲਾ ਜਾਂਦਾ ਤੇ ਬਹੁਤ ਸਾਰੇ ਲੋਕਾਂ ਦੀਆਂ ਸ਼ਕਲਾਂ ਸੂਰਤਾਂ ਸੁਧਾਰ ਸਕਦਾ ਹੁੰਦਾ। ਇਹ ਗੱਲ ਯਾਦ ਰੱਖਿਓ। ਸਤਿਗੁਰੂ ਅੱਗੇ ਕਹਿੰਦੇ ਨੇ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਪਰਮਾਤਮਾ ਜਿਹੜਾ ਨਾ ਅਕਾਲ ਪੁਰਖ ਵਾਹਿਗੁਰੂ ਆਪਣੀ ਇਹ ਸਮਝ, ਆਪਣੀ ਇਹ ਸੋਝੀ ਜਿਸ ਇਨਸਾਨ ਉੱਤੇ ਉਹ ਖੁਸ਼ ਹੁੰਦਾ ਨਾ, ਉਸ ਨੂੰ ਇਹ ਦੇ ਦਿੰਦਾ ਹੈ, ਉਹਨੂੰ ਸਮਝਾ ਦਿੰਦਾ। ਹੁਣ ਸਮਝਣ ਵਾਲੀ ਗੱਲ ਇਹ ਹੈ, ਜਿਹੜਾ ਇਨਸਾਨ ਇਹਨਾਂ ਗੱਲਾਂ ਨੂੰ ਸਮਝ ਜਾਂਦਾ ਹੈ, ਜਰੇ ਜਰੇ 'ਚੋਂ ਵੇਖਦਾ ਹੈ, ਤੇ ਉਹ ਕਦੇ ਵੀ ਭਗਵਾਨ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਇੱਕ ਜਗ੍ਹਾ 'ਤੇ ਸਥਾਪਿਤ ਨਹੀਂ ਕਰਦਾ ਹੈ। ਜਿਵੇਂ ਗੁਰਬਾਣੀ ਵਿੱਚ ਇੱਕ ਜਗ੍ਹਾ 'ਤੇ ਕਿਹਾ ਗਿਆ, ਥਾਪਿਆ ਨਾ ਜਾਏ ਕੀਤਾ ਨਾ ਹੋਏ। ਸਥਾਪਿਤ ਕਰਨਾ, ਰੱਬ ਨੂੰ ਇੱਕ ਜਗ੍ਹਾ 'ਤੇ ਸਥਾਪਿਤ ਨਹੀਂ ਕੀਤਾ ਜਾ ਸਕਦਾ। ਕੀਤਾ ਨਾ ਹੋਏ, ਸਾਡਾ ਬਣਾਇਆ ਨਹੀਂ ਬਣਦਾ। ਆਪੇ ਆਪ ਨਿਰੰਜਨ ਸੋਏ, ਆਪਣੇ ਆਪ ਤੋਂ ਪੈਦਾ ਹੁੰਦਾ ਹੈ ਤੇ ਮਾਇਆ ਤੋਂ ਰਹਿਤ ਰਹਿੰਦਾ ਹੈ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਸੋ ਜਿਹੜੀ ਗੱਲ ਕਮਾਲ ਦੀ ਕੀਤੀ ਇੱਥੇ ਸਤਿਗੁਰੂ ਨੇ, ਉਹ ਇਹ ਹੈ ਕਿ ਸਤਿਗੁਰੂ ਕਹਿੰਦੇ ਨੇ, ਜਿਸ ਇਨਸਾਨ ਨੂੰ ਉਸ ਸੱਚ ਦੀ ਸਮਝ ਲੱਗ ਜਾਏ, ਸਮਝ ਲਓ ਉਹਦੇ ਉੱਤੇ ਨਿਰੰਕਾਰ ਖੁਸ਼ ਹੋ ਗਿਆ। ਜਿਸ ਇਨਸਾਨ ਨੂੰ ਇਹ ਅਕਲ ਆ ਜਾਏ, ਸਮਝ ਲਓ ਕਿ ਇਹ ਨਿਰੰਕਾਰ ਦੀ ਦਇਆ ਹੋ ਗਈ, ਤਾਂ ਕਿ ਉਸ ਇਨਸਾਨ ਨੂੰ ਸੱਚ ਦੀ ਸਮਝ ਲੱਗ ਗਈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਨਨਾਥਪੁਰੀ ਜਾ ਕੇ ਵੀ ਇਹੀ ਸੰਦੇਸ਼ ਦੇ ਕੇ ਆਏ ਸਨ। ਗਗਨ ਮੈਂ ਥਾਲ ਰਵ ਚੰਦ ਦੀਪਕ ਬੰਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ, ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਓ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਉ, ਸਹਿਸ ਮੂਰਤ ਨਨਾ ਏਕ ਤੋਈ। ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ। ਸਾਮੈ ਜੋਤ ਜੋਤ ਹੈ ਸੋਏ, ਤਿਦਾ ਚਰਨ ਸਾਮੈ ਚਰਨ ਹੋਏ। ਸੋ ਸਤਿਗੁਰੂ ਨੇ ਜਿਹੜੀ ਗੱਲ ਕਹੀ ਉਹ ਇਹ ਹੈ, ਰੱਬ ਦਾ ਕੋਈ ਰੂਪ ਨਹੀਂ, ਪਰ ਫਿਰ ਵੀ ਉਹਦੇ ਹਜ਼ਾਰਾਂ ਰੂਪ ਹੈ। ਰੱਬ ਦੇ ਹੱਥ ਨਹੀਂ, ਫਿਰ ਵੀ ਉਹਦੇ ਹਜ਼ਾਰਾਂ ਹੱਥ ਹੈ। ਰੱਬ ਦੇ ਪੈਰ ਨਹੀਂ, ਉਹਦੇ ਹਜ਼ਾਰਾਂ ਪੈਰ ਹੈ। ਰੱਬ ਦੀਆਂ ਅੱਖਾਂ ਜਾਂ ਨੱਕ ਨਹੀਂ, ਲੇਕਿਨ ਉਹ ਸਾਰੇ ਸਰੀਰਾਂ ਵਿੱਚ ਵਸਦਾ ਹੈ। ਪਰ ਨਿਰੰਕਾਰ ਦਾ ਆਪਣਾ ਕੋਈ ਸਰੀਰ ਨਹੀਂ,
ਪੰਡਤਾਂ ਨੂੰ ਕਿਹਾ, ਪੰਡਤੋ ਜਗਨਨਾਥ ਦੀ ਮੂਰਤੀ ਬਣਾ ਕੇ ਰੱਬ ਦੀ ਤੋਹੀਨ ਕਰ ਰਹੇ ਹੋ। ਰੱਬ ਮੂਰਤਾਂ ਦੇ ਵਿੱਚ ਨਹੀਂ ਵਸਦਾ ਹੈ, ਅਸਲ ਮਾਇਨੇ ਵਿੱਚ ਰੱਬ ਸਮੁੱਚੀ ਕਾਇਨਾਤ ਵਿੱਚ ਵਸਦਾ ਹੈ। ਜਿਹੜੀ ਸਤਿਗੁਰੂ ਨੇ ਗੱਲ ਸਮਝਾਈ। ਪਰ ਕਮਾਲ ਹੈ, ਆਪਾਂ ਉੱਥੇ ਦੇ ਉੱਥੇ ਆ ਕੇ ਦੁਬਾਰਾ ਡਿੱਗ ਪਏ ਹਾਂ। ਫਿਰ ਅਸ਼ਟਪਦੀ ਆਰੰਭ ਹੁੰਦੀ ਹੈ, ਜਿੱਥੋਂ ਰੱਬੀ ਗੁਣਾਂ ਦਾ ਸਤਿਗੁਰੂ ਜੀ ਜ਼ਿਕਰ ਕਰਦੇ ਨੇ। ਅਬਨਾਸੀ ਪ੍ਰਭ ਮਨ ਮੈਂ ਰਾਖ। ਅਬਨਾਸੀ ਭਾਵ ਉਹ ਨਿਰੰਕਾਰ ਜਿਹੜਾ ਕਦੇ ਨਾਸ਼ ਨਹੀਂ ਹੁੰਦਾ, ਜਿਹੜਾ ਕਦੇ ਖਤਮ ਨਹੀਂ ਹੁੰਦਾ, ਜਿਹੜਾ ਕਦੇ ਨਾ ਜੰਮਦਾ ਹੈ ਨਾ ਮਰਦਾ ਹੈ। ਉਸ ਅਬਨਾਸ਼ੀ ਨੂੰ, ਨਾ ਨਾਸ਼ ਹੋਣ ਵਾਲੇ ਪ੍ਰਭੂ ਜੀ ਨੂੰ ਆਪਣੇ ਮਨ ਵਿੱਚ ਵਸਾ ਕੇ ਰੱਖ। ਮਾਨੁਖ ਕੀ ਤੂੰ ਪ੍ਰੀਤ ਤਿਆਗ, ਅਤੇ ਹੋਰਨਾਂ ਮਨੁੱਖਾਂ ਦਾ ਜਿਹੜਾ ਪਿਆਰ ਹੈ ਉਹ ਛੱਡ। ਭਾਵ ਕਿ ਤੂੰ ਪਰਮਾਤਮਾ ਨੂੰ ਆਪਣੇ ਮਨ ਵਿੱਚ ਰੱਖਣ ਦੀ ਬਜਾਏ ਹੋਰਨਾਂ ਦੇ ਪਿੱਛੇ ਦੌੜ ਭੱਜ ਨਾ ਕਰ। ਹੋਰਨਾਂ ਦੇ ਜਿਹੜੇ ਸਹਾਰੇ ਲੱਭਦਾ ਨਾ ਉਹ ਨਾ ਲੱਭ, ਹੋਰਨਾਂ ਦੇ ਪਿੱਛੇ ਜਿਹੜਾ ਦੌੜਿਆ ਫਿਰਦਾ ਨਾ ਉਹ ਨਾ ਦੌੜ। ਜਿਨ੍ਹਾਂ ਦੇ ਅੰਦਰ ਅਬਨਾਸ਼ੀ ਪ੍ਰਭੂ ਜੀ ਵਸ ਗਏ। ਹੁਣ ਪ੍ਰਭੂ ਜੀ ਤੋਂ ਮੈਨੂੰ ਗੱਲ ਯਾਦ ਆ ਜਾਂਦੀ ਹੈ ਈਸਾਈ ਧਰਮ ਦੀ। ਈਸਾਈ ਮਤ ਬਹੁਤ ਪਿਆਰਾ ਧਰਮ ਹੈ, ਧਰਮ ਸਾਰੇ ਪਿਆਰੇ ਹੁੰਦੇ ਨੇ, ਪਰ ਗਾਂਹ ਗਾਂਹ ਠੇਕੇਦਾਰ ਮਾੜੇ ਹੋ ਜਾਂਦੇ ਨੇ। ਜੀਸਸ ਜੀ ਦਾ ਜਿਹੜਾ ਪੈਗਾਮ ਸੀ ਉਹ ਹੋਰ ਸੀ, ਠੇਕੇਦਾਰਾਂ ਨੇ ਕੁਝ ਹੋਰ ਬਣਾ ਦਿੱਤਾ। ਹੁਣ ਵੇਖੋ, ਪਰਮਾਤਮਾ ਦੇ ਨਾਮ ਉੱਤੇ ਵਹਿਮ ਭਰਮ ਕਰਮ ਕਾਂਡ ਖਤਮ ਹੋ ਜਾਣੇ ਚਾਹੀਦੇ ਸੀ, ਪਰ ਪਰਮਾਤਮਾ ਦੇ ਨਾਮ ਉੱਤੇ ਵਹਿਮ ਆ ਗਏ। ਹੁਣ ਮੈਂ ਇੱਕ ਵੀਡੀਓ ਦੇਖਦਾ, ਇੱਕ ਈਸਾਈ ਮਤ ਦੇ ਪ੍ਰਚਾਰਕ ਦੀ, ਉਹ ਟੱਚ ਸਿਸਟਮ ਪੈਦਾ ਕਰ ਰਿਹਾ ਹੈ। ਟੱਚ ਸਿਸਟਮ, ਉਹ ਆਪਣਾ ਨਾ ਆ ਜਿਹੜਾ ਹੱਥ ਹੈ, ਆ ਜਿਹੜੀਆਂ ਉਂਗਲਾਂ ਨੇ, ਉਹ ਜਿਨ੍ਹਾਂ ਦੇ ਮੱਥੇ ਉੱਤੇ ਐ ਸੈਂਟਰ 'ਚ ਟੱਚ ਕਰਦਾ ਨਾ, ਉਹ ਉਸੇ ਟਾਈਮ ਡਿੱਗ ਪੈਂਦੇ ਹੈ ਤੇ ਭੁੜਕਣ ਲੱਗ ਪੈਂਦੇ ਇੱਕਦਮ। ਵੀਡੀਓ ਸਕਰੀਨ 'ਤੇ ਤੁਸੀਂ ਵੇਖ ਸਕਦੇ ਹੋ, ਇੱਕਦਮ ਉਹ ਭੁੜਕਣ ਲੱਗ ਪੈਂਦੇ। ਕੀ ਬੱਚਾ, ਕੀ ਬੁੱਢਾ, ਕੀ ਔਰਤਾਂ, ਕੀ ਕੁੜੀਆਂ, ਸਭ ਇੱਦਾਂ ਹੀ। ਅਸਲ 'ਚ ਕੀ ਹੈ, ਇਹ ਟ੍ਰੇਨਿੰਗ ਦਿੱਤੀ ਜਾਂਦੀ ਹੁੰਦੀ, ਪਹਿਲਾਂ ਤਿਆਰ ਕੀਤੇ ਜਾਂਦੇ ਹੁੰਦੇ ਨੇ ਵੀ ਤੇਰੇ ਹੱਥ ਵਿੱਚ ਕਿਹੜਾ ਕੋਈ ਇੱਦਾਂ ਦਾ ਟੱਚ ਸਿਸਟਮ ਆ ਗਿਆ ਵੀ ਤੂੰ ਟੱਚ ਕੀਤਾ ਤੇ ਉਸੇ ਟਾਈਮ ਸੌਫਟਵੇਅਰ ਜਿਹੜਾ ਵਿਗੜ ਗਿਆ ਤੇ ਉਹ ਥੱਲੇ ਡਿੱਗੇ ਤੇ ਉਸੇ ਟਾਈਮ ਕੰਬਣੀ ਛਿੜਕੀ ਉਹਨਾਂ ਨੂੰ, ਉਸੇ ਟਾਈਮ ਵੈਬਰੇਸ਼ਨ ਸਰੀਰ ਦੀ ਹੋਣੀ ਸ਼ੁਰੂ ਹੋ ਗਈ, ਕੰਬਣਾ ਸ਼ੁਰੂ ਹੋ ਗਈ। ਕੀ ਉਹਨਾਂ ਦੇ ਵਿੱਚ ਐਸਾ ਕੀ ਹੈ? ਅਸਲ ਦੇ ਵਿੱਚ ਕੀ ਹੁੰਦਾ ਵੀ ਪਰਮਾਤਮਾ ਨੂੰ ਆਪਾਂ ਸਾਖਸ਼ਾਤ ਇਨਸਾਨਾਂ 'ਚੋਂ ਵੇਖਣਾ ਸੀ, ਜੀਵਨ ਉੱਚਾ ਕਰਨਾ ਸੀ। ਪਰ ਹੁਣ ਹੋੜ ਕੀ ਲੱਗੀ ਹੋਈ ਹੈ, ਇੱਕ ਧਰਮ ਕਹਿੰਦਾ ਮੈਂ ਚੰਗਾ ਦੂਜੇ ਮਾੜੇ ਆ, ਵੀ ਉਹ ਵਹਿਮ ਭਰਮ ਕਰਮ ਕਾਂਡਾਂ ਦੇ ਤਹਿਤ ਲੋਕਾਂ ਨੂੰ ਉੱਲੂ ਬਣਾ ਕੇ, ਮੂਰਖ ਬਣਾ ਕੇ ਆਪਣੇ ਨਾਲ ਜੋੜਦੇ ਨੇ। ਆਪਣੀਆਂ ਦੁਕਾਨਾਂ ਜਿਹੜੀਆਂ ਉਹ ਚਲਾ ਰਹੇ ਨੇ, ਜਦ ਕਿ ਦੁਨੀਆ ਦਾ ਕੋਈ ਵੀ ਧਰਮ ਇੱਦਾਂ ਦੇ ਕਰਮ ਕਾਂਡ ਕਰਨ ਦੀ ਇਜਾਜ਼ਤ ਨਹੀਂ ਦੇ ਸਕਦਾ ਜੇ ਚੰਗਾ ਹੋਵੇ ਤਾਂ। ਤੇ ਜਿੱਥੇ ਜਿੱਥੇ ਵੀ ਇੱਦਾਂ ਦੇ ਠੇਕੇਦਾਰ ਬੈਠੇ ਆ, ਪਰਮਾਤਮਾ ਨੂੰ, ਪ੍ਰਭੂ ਨੂੰ ਉਹ ਵਰਤ ਰਹੇ ਆ, ਨਿਰੰਕਾਰ ਨੂੰ ਵਰਤ ਰਹੇ। ਉਹਨਾਂ ਦਾ ਕੰਮ ਕੀ ਹੈ? ਵਰਤਣਾ, ਯੂਜ ਕਰਨਾ। ਲੋਗਨ ਰਾਮ ਖਿਲਾਉਣਾ ਜਾਣਾ। ਲੋਕਾਂ ਨੇ ਨਾ ਰੱਬ ਨੂੰ ਖਿਡਾਉਣਾ ਸਮਝਿਆ, ਖਿਡਾਉਣਾ ਸਮਝ ਕੇ ਉਹ ਵਰਤ ਰਹੇ ਵੀ ਸਾਡੀਆਂ ਦੁਕਾਨਾਂ ਚੱਲਣੀਆਂ ਚਾਹੀਦੀਆਂ। ਵਿਸ਼ੇਸ਼ ਤੌਰ 'ਤੇ ਫਿਰ ਵੀਡੀਓ ਤਿਆਰ ਕਰਕੇ ਉਹ ਸੋਸ਼ਲ ਮੀਡੀਆ 'ਤੇ ਪਾਉਂਦੇ ਨੇ ਵੀ ਸਾਡੀਆਂ ਦੁਕਾਨਾਂ ਚੱਲਣ, ਵੀ ਬਾਬੇ 'ਚ ਬੜੀ ਤਾਕਤ ਹੈ, ਉਹ ਭੂਤ ਕੱਢ ਦਿੰਦਾ, ਉਹ ਪ੍ਰੇਤ ਕੱਢ ਦਿੰਦਾ, ਉਹ ਸ਼ੈਤਾਨ ਕੱਢ ਦਿੰਦਾ। ਇਹੋ ਜਿਹਿਆਂ ਦੀ ਓਟ ਆਸਰੇ ਦੀ ਲੋੜ ਨਹੀਂ, ਸਾਖਸ਼ਾਤ ਨਿਰੰਕਾਰ ਨੂੰ ਦੇਖੋ ਹਰ ਜਗ੍ਹਾ 'ਤੇ ਮੌਜੂਦ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਅਬਨਾਸੀ, ਨਾ ਨਾਸ਼ ਹੋਣ ਵਾਲਾ ਪ੍ਰਭ ਮਨ ਮੈਂ ਰਾਖ। ਆਪਣੇ ਮਨ ਵਿੱਚ ਉਸ ਪ੍ਰਭੂ ਨੂੰ ਰੱਖ, ਤੇਰਾ ਜੀਵਨ ਉੱਚਾ ਹੋਏਗਾ। ਮਾਨੁਖ ਕੀ ਤੂੰ ਪ੍ਰੀਤ ਤਿਆਗ, ਐ ਬੰਦੇ ਬੰਦਿਆਂ ਦੇ ਪਿੱਛੇ ਨਾ ਤੁਰ। ਮਾਨੁਖ ਕੀ ਤੂੰ ਪ੍ਰੀਤ ਤਿਆਗ, ਭਾਵ ਬੰਦੇ ਦਾ ਪਿਆਰ ਛੱਡ ਦੇ, ਇਨਸਾਨ ਦਾ ਆਸਰਾ ਛੱਡ ਦੇ। ਇਨਸਾਨ ਦੇ ਆਸਰੇ ਤੇ ਤੁਰਨ ਦੀ ਬਜਾਏ ਤੂੰ ਆਪਣੇ ਗੁਰੂ ਦਾ, ਆਪਣੇ ਪਰਮਾਤਮਾ ਦਾ ਆਸਰਾ ਰੱਖ। ਤਿਸ ਤੇ ਪਰੈ ਨਾ ਹੀ ਕਿਛ ਕੋਇ, ਉਸ ਤੋਂ ਵੱਡਾ ਹੋਰ ਕੋਈ ਵੀ ਨਹੀਂ ਹੈ ਤੇ ਉਸ ਤੋਂ ਬਾਹਰ ਵੀ ਹੋਰ ਕੋਈ ਵੀ ਨਹੀਂ ਹੈ। ਅਸਲ 'ਚ ਕੀ ਹੈ ਵੀ ਇਹ ਚੀਜ਼ ਸਮਝਣ ਵਾਲੀ ਸੀ। ਤਿਸ ਤੇ ਪਰੈ, ਉਸ ਤੋਂ ਬਾਹਰ। ਤਿਸ ਤੇ ਪਰੈ ਨਾ ਹੀ ਕਿਛ ਕੋਇ, ਕੋਈ ਵੀ ਚੀਜ਼ ਐਸੀ ਨਹੀਂ ਹੈ ਜਿਹੜੀ ਉਹਦੇ ਕੰਟਰੋਲ ਤੋਂ ਬਾਹਰ ਹੋਵੇ, ਉਹਦੇ ਸਿਸਟਮ ਤੋਂ ਬਾਹਰ ਹੋਵੇ। ਇਸ ਲਈ ਜੇ ਤੂੰ ਉਹਦਾ ਬਣ ਗਿਆ, ਸਭ ਜਗ ਤੇਰਾ ਹੋਏ, ਫਿਰ ਸਾਰੀ ਦੁਨੀਆ ਤੇਰੀ। ਤੇ ਜੇ ਤੂੰ ਇਹ ਸੋਚ ਕੇ ਚੱਲਦਾ ਵੀ ਨਹੀਂ ਮੈਨੂੰ ਕਿਸੇ ਦੇ ਥਰੂ ਉਹ ਮਿਲੇ, ਉਹ ਮਿਲਣਾ ਤਾਂ ਬਹੁਤ ਦੂਰ ਦੀ ਗੱਲ। ਅਸਲ 'ਚ ਜਿਹੜੇ ਕੰਮਾਂ ਲਈ ਆਪਾਂ ਤੁਰੇ ਹੁੰਦੇ ਹਾਂ ਉਹ ਕੰਮ ਸੈਂਟਰ 'ਚ ਰਹਿ ਜਾਂਦੇ। ਜਿਵੇਂ ਬੰਦਾ ਕੋਈ ਦੁਕਾਨ 'ਤੇ ਜਾ ਰਿਹਾ ਹੋਵੇ, ਰਸਤੇ 'ਚ ਕੋਈ ਯਾਰ ਦੋਸਤ ਮਿਲ ਜਾਏ, ਬੰਦਾ ਭੁੱਲ ਜਾਂਦਾ ਵੀ ਮੈਂ ਕੀ ਲੈਣ ਵਾਸਤੇ ਜਾ ਰਿਹਾ ਸੀ, ਹੋਰ ਹੀ ਚੀਜ਼ਾਂ ਲੈ ਲੂ ਕੇ ਇੱਧਰ ਆ ਜਾਂਦਾ, ਪਰ ਜਿਹੜੀ ਚੀਜ਼ ਲੈਣ ਵਾਸਤੇ ਜਾ ਰਿਹਾ ਹੁੰਦਾ ਉਹ ਚੀਜ਼ ਵਿਸਰ ਜਾਂਦੀ। ਜਿਵੇਂ ਗੁਰੂ ਘਰ ਹੈ, ਗੁਰੂ ਘਰ ਵਿੱਚ ਆਪਾਂ ਕੀ ਲੈਣ ਵਾਸਤੇ ਆਉਣਾ? ਸੇਵਾ, ਸਿਮਰਨ, ਨਿਮਰਤਾ, ਪਿਆਰ, ਹਲੀਮੀ, ਗੁਰੂ ਦੀ ਸਿਧਾਂਤ, ਗੁਰੂ ਦੀ ਗੱਲ ਮੰਨਣੀ ਹੈ, ਲੈਣ ਵਾਸਤੇ ਆਉਣਾ। ਪਰ ਆਪਾਂ ਕਈ ਵਾਰ ਕੁਝ ਹੋਰ ਹੀ ਚੱਕਰਾਂ 'ਚ ਪੈ ਜਾਂਦੇ ਹਾਂ, ਜੋ ਲੈਣ ਵਾਸਤੇ ਆਏ ਹੁੰਦੇ ਆ ਉਹ ਆਪਾਂ ਲੈ ਕੇ ਜਾਂਦੇ ਨਹੀਂ।
सब कुछ उत्थे दा उत्थे रह जांदा। सतगुरु कहंदे ने सर्ब निरंतर एको सोए, सारियां दे विच ਉਹ ਨਿਰੰਕਾਰ एक रूप एक रंग ते एक तार चल रहा ਉਹਦਾ सिस्टम वस रहा भी ये नहीं आ भी टुट के वो बनता है ना, वो एक तार सिस्टम ਜਿਹੜਾ ना ਉਹਦਾ चल रहा ਉਹ सबना विच एक समान है। आ जिहड़ी साडी दिल की धड़कन चल रही है, शरीर दे विच सिस्टम चल रहा है, ਉਹੀ चला रहा। सो इत्थे सतगुरु ने समझाया वितकरा नहीं करना, रूप का रंग का नस्ल का लिंग का भेद का वितकरा नहीं करना किसी प्रकार का, क्योंकि वह सबना विच मौजूद है। इसलिए सबना नूं प्यार करके चलना, सबना की रिस्पैक्ट करनी है, सबना विच उहनूं देखना है। जिवें चंद्रमा हो गया, सूरज हो गया, सारे नूं एक समान रोशनी दिंदे ने वो, ਐਨ इस तरह निरंकार वाहिगुरू का वासा सबना दे विच एक समान है। सम है जोत जोत है सोए, वो भावें उच्चा है कोई नीवा है, कोई गरीब है कोई अमीर है, वो सारियां दे विच एक समान ही वसदा है। इसलिए निरंकार के प्रति ये चीज़ मन में रखनी है भी जे तू सारियां विच एक समान वसदा है तो मैं फिर क्यों जात पात जां होर चीज़ों का वितकरा रख के अपनी इस जिंदगी नूं बर्बाद करके तुरां। आपे बीना आपे दाना, आप ही वो अकाल पुरख वाहिगुरू बीना भाव दिल दी जानन वाला है। साढ़े दिल में की चल रहा इस चीज़ की पछाण कर लेंदा है, वो दाना भाव समझण वाला, आप ही वो समझदा है सारी खेड नूं। हुण समझियो, आप ही वो जानदा साढ़े दिल च की चल रहा ते आप ही वो समझदा है भी सानूं किहड़ी चीज़ की जरूरत है। सो ना उहनूं समझाउण दी लोड़ है, ना उहनूं सुणाउण दी लोड़ है। इत्थे ये सिद्धांत सामने आउंदा भी निरंकार कोई बोला नहीं है ते ना निरंकार अन्ना है। अकाल पुरख वाहिगुरू देखदा भी है, अकाल पुरख वाहिगुरू जानदा समझदा बुझदा भी है। सो सानू ना विशेष तौर पर रो रो के उन्होंने दसन की लोड़ नहीं, मैनू आ चाहिदा आ चाहिदा आ चाहिदा, उन्होंने पता हुंदा भी इनू हुण की चाहिदा। वो सब कुछ नालों नाल ही दे जांदे। जिवें जिवें साडी उम्र वधदी त्यों त्यों जब दांत ना थे तब दूध दियो, अब दूध दिए कि दांत ना दे। जदों दंद दे दिते उदों रिजक भी देगा वो, जदों दंद नहीं सी उदों दुध दिता सी निरंकार ने। जब दांत ना थे तब दूध दियो, जदों दंद नहीं सी उदों दुध दिता सी पीने वास्ते। अब दांत दिए क्या रिजक ना दे है, जदों दंद दिते ने कि खाण नूं देगा कुछ। मतलब कहता यह है कि सबर रख के तुर, उन्होंने बोला जां अन्ना समझ के ना चल, वो देखदा है, सद सुनदा है, सद वेखदा है, सद बोलदा है, सबना दे विच एक समान वसदा है। हुण ये डर रख के तुरना कि सृष्टि जिहड़ी है उहदे कोने कोने च वो निरंकार वसदा है, भी CCTV है उहदा सिस्टम। इसलिए थोड़ा जिहा डर अदब अते भाऊ रख के आपां तुरना। सतगुरु अगे कहंदे ने जी, गैर गंभीर गहीर सुजाना, वो बहुत डूंगा है, बहुत सियाणा है, समझदार है ते बहुत गंभीर है। अकाल पुरख वाहिगुरू तो ज़्यादा कोई सियाणा नहीं, अकाल पुरख वाहिगुरू तो कोई डूंगा नहीं सोच सकता, निरंकार वाहिगुरू तो ज़्यादा कोई गंभीरता दे नाल तुरन वाला नहीं। भाव के जिहदे अंदर वो वसदा है वो भी सियाणा, समझदार, गंभीर अते डूंगी सोच का मालक हो जाता। ये गुण उहदे विच भी आ जाते हैं। पार ब्रह्म परमेश्वर गोबिंद, अकाल पुरख वाहिगुरू जिहड़ा है पार ब्रह्म, जिहड़ा साडी समझ साडी सोच तो परे है, सबना विच एक समान वसदा है, परमेश्वर है, उहदे नाम ने सारे। गोबिंद धरती का आसरा है, जीवां नूं पालन वाला है। कृपा निधान, कृपा का खजाना है, दयाल है, बख्शंद बख्शिशां करन वाला है। साध तेरे की चरनी पाओ, ऐ वाहिगुरू जेड़े हुण गल की कर रहे ने उस निरंकार दी जिहदे विच इन्ने गुण है। किहड़े गुण जी? पार ब्रह्म, परमेश्वर, गोबिंद, कृपा निधान, दयाल, बख्शंद। जिहड़ा परमात्मा बहुत महान है, कृपालू है, दयालु है, रिजक देने वाला है, धरती का आसरा है, जीवां ते कृपा करने वाला है, वड्डा मालक है, कृपा का खजाना है। ऐसा निरंकार जिहड़ा है, सतगुरु कहंदे साध तेरे की चरनी पाऊँ, मैं ऐसे प्यारे अकाल पुरख वाहिगुरू नूं प्यार करन वालियां दी संगत विच बैठना हां। चरनी पाओ भाव उन्हां दी संगत करदा हाँ। नानक कै मन ए अनराओ, अनराओ का मतलब होंदा अनुराग, तांग, खिच। मेरे नानक दे मन विच ये तांग है, ये खिच है कि निरंकार वाहिगुरू जीओ तेरे प्यारियां दी संगत करदा रवां, तैनूं प्यार करन वालियां दी कोल बैठां, तां कि जिहड़े मेरे अंदर अवगण ने वो खत्म हो जाण
ਤੇ ਮੈਂ ਵੀ ਗੁਣਾਂ ਦੇ ਨਾਲ ਭਰਪੂਰ ਹੋ ਸਕਾਂ। ਸੋ ਆਓ ਪਿਆਰਿਓ, 16ਵੀਂ ਅਸ਼ਟਪਦੀ ਦੀ ਪਹਿਲੀ ਪੌੜੀ ਅਤੇ ਸ਼ਲੋਕ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਸਤਿਗੁਰੂ ਜੀ ਦਇਆ ਕਰਨ, ਇਹ ਵਿਚਾਰ ਸਾਡੀ ਸਮਝ ਵਿੱਚ ਪਵੇ ਤੇ ਸਾਡਾ ਜੀਵਨ ਸੁਹੇਲਾ ਬਣੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।